सत श्री अकाल। तुसी लोकरण चैनल पंजाबी देख रहे हो। मैं तुहाडे नाल सुखविंदर सिंह। खबरां टॉप दियां दे विच अज असीं गलबात करांगे पंजाब ते देश भर दे मुद्दिआं दे उत्ते जिन्हां दे उत्ते इस वेले सियासत पूरी तरह गरमाई हुई है। विश्व युद्ध नूं लैके भी जिहड़ी चर्चा छिड़ रही है कि किते ना किते बाकी देशां दी जिहड़ी शमूलीयत है उस नूं लैके सवाल खड़े हुंदे ने, भावें वो भारत ते चीन दा मसला होवे। ये सारे मसले होणगे। साबका DGP सुमेध सिंह सैनी दा मसला भी होएगा। इस तो इलावा खेती ऑर्डीनेंस नूं लैके भारत ते पंजाब दे विच किस तरह प्रदर्शन कर रहे ने, किसान सड़कां ते ने, लोक सभा दा जिहड़ा इजलास मॉनसून इजलास वो भी शुरू हो चुका है। सब दे उत्ते असीं बड़ी विस्तार दे नाल गलबात करांगे। इस तो इलावा पंजाबी भाषा दा जिहड़ा मसला जम्मू कश्मीर विच चल रहा एक बिल लिआंदा गया उहनूं लैके भी चर्चा करांगे। मेरे नाल मौजूद ने सियासी माहर डॉक्टर भीमिंदर सिंह। डॉक्टर साहब तुहाडा स्वागत है। जिस तरह मैं मसलियां की गल कीती, तुहाडी नज़रिया जिहड़ा वो तुहाडा की कहंदा है कि खेती ऑर्डीनेंस नूं लैके सरकार जिहड़ी वो अपने फैसले ते बजिद्द है। मॉनसून इजलास शुरू हो चुके हैं। रौला रप्पा जिहड़ा आ वो यही पै रहा है कि जिहड़े वधेरे किसान ने वो भी संसद दे विच ने, वधेरे जिहड़े सियासी आगू ने वो खुद किसान ने, पर जिहड़ा वो इस दे खिलाफ आवाज़ क्यों नहीं चुकदे? सुखविंदर जी, पहला तो तुहाडा शुक्रिया, तुसीं अपने दर्शकों नाल गल करन दा मौका दिता। जिथों तक तुहाडे सवाल दा संबंध है, ਅਸੀਂ देख रहे हैं कि पिछले लंबे समय तो खास तौर पर लगभग 2 या 3 ਦਹਾਕਿਆਂ ਤੋਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹੋਣ ਜਾਂ ਉਸ ਤੋਂ ਬਾਅਦ BJP ਔਰ ਮੋਦੀ ਸਰਕਾਰ ਰਹੀ ਹੋਵੇ, ਤੁਸੀਂ ਦੇਖੋਗੇ ਕਿ ਲਗਾਤਾਰ ਜੋ ਕਾਰਪੋਰੇਟ ਜਾਂ ਜਿਹੜੇ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਦੇ ਦਬਾਅ ਹੇਠ ਕੰਮ ਕਰ ਰਹੀਆਂ ਨੇ। ਜਿੰਨੇ ਵੀ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਬਣਾਏ ਗਏ ਜਾਂ ਆਰਡੀਨੈਂਸ ਲਿਆਂਦੇ ਗਏ, ਉਹ ਉਹਨਾਂ ਕੰਪਨੀਆਂ ਦੇ ਕਾਰਪੋਰੇਟ ਜਿਹੜਾ ਦੁਨੀਆ ਹੈ ਉਹਨਾਂ ਦੇ ਪ੍ਰੈਸ਼ਰ ਦੇ ਵਿੱਚ ਇਹ ਬਣਾਏ ਜਾ ਰਹੇ ਨੇ। ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ MP ਨੇ ਉਹ ਬੇਸ਼ੱਕ ਕਿਸਾਨੀ ਨਾਲ ਸੰਬੰਧਿਤ ਨੇ, ਪਰ ਤੁਸੀਂ ਦੇਖੋਗੇ ਪਿਛਲੇ 30 ਸਾਲਾਂ ਤੋਂ ਲਗਾਤਾਰ ਇਹ ਪ੍ਰੈਸ਼ਰ ਬਣਦਾ ਜਾ ਰਿਹਾ ਹੈ ਕਿ ਸਾਡੀਆਂ ਸਰਕਾਰਾਂ ਉਹਨਾਂ ਕਾਰਪੋਰੇਟਸ ਨੂੰ ਫਾਇਦਾ ਦੇਣ ਦੇ ਲਈ, ਉਹਨਾਂ ਦੀਆਂ ਨੀਤੀਆਂ ਇੱਥੇ ਲਾਗੂ ਕਰਨ ਦੇ ਲਈ ਲਗਾਤਾਰ ਉਹ ਕੋਸ਼ਿਸ਼ ਕਰਦੀਆਂ ਨੇ। ਔਰ ਉਹਦੇ ਨਾਲ ਕੀ ਹੋ ਗਿਆ, ਚਾਹੇ ਇੱਥੇ ਮਜ਼ਦੂਰਾਂ ਨਾਲ ਸੰਬੰਧਿਤ ਕਾਨੂੰਨ ਹੋਣ ਜਾਂ ਕਿਸਾਨੀ ਨਾਲ ਸੰਬੰਧਿਤ ਕਾਨੂੰਨ ਹੋਣ ਜਾਂ ਛੋਟੇ ਜਿਹੜੇ ਵਪਾਰੀ ਨੇ ਉਹਨਾਂ ਨਾਲ ਸੰਬੰਧਿਤ ਕਾਨੂੰਨ ਹੋਣ, ਉਹ ਲਗਾਤਾਰ ਉਹਨਾਂ ਦੇ ਵਿਰੋਧ ਦੇ ਵਿੱਚ ਬਣਾਏ ਜਾ ਰਹੇ ਨੇ। ਔਰ ਉੱਪਰਲੇ ਵਾਲਿਆਂ ਨੂੰ, ਜਿਹੜਾ ਉੱਪਰਲਾ ਤਬਕਾ ਹੈ ਕਾਰਪੋਰੇਟ, ਮੈਂ ਗੱਲ ਕਰ ਰਿਹਾ, ਉਹਨਾਂ ਨੂੰ ਫਾਇਦਾ ਦੇਣ ਦੇ ਲਈ ਇਹ ਸਾਰੇ ਜਿਹੜੇ ਨੇ ਕਾਨੂੰਨ ਬਣਾਏ ਜਾ ਰਹੇ ਨੇ। ਔਰ ਜਿਹੜਾ ਹੁਣ ਮੌਨਸੂਨ ਸੈਸ਼ਨ ਸ਼ੁਰੂ ਹੋਣਾ ਹੈ, ਇਹਦੇ ਵਿੱਚ ਲਾਜ਼ਮੀ ਤੌਰ 'ਤੇ ਇਹ ਕਾਨੂੰਨ ਬਣਨੇ ਨੇ। ਔਰ ਜੇ ਕਾਨੂੰਨ ਬਣਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ, ਹਰਿਆਣਾ ਜਾਂ ਜਿਹੜਾ ਸਾਡਾ ਨਾਰਦਰਨ ਇੰਡੀਆ, ਉੱਤਰੀ ਭਾਰਤ ਹੈ, ਇਹਦਾ ਜਿਹੜਾ ਕਿਸਾਨ ਹੈ, ਖਾਸ ਤੌਰ 'ਤੇ ਜਿਹੜੀ ਛੋਟੀ ਕਿਸਾਨੀ ਹੈ ਜਾਂ ਮੱਧਲੀ ਕਿਸਾਨੀ ਹੈ, ਜਿਹਦੇ ਵਿੱਚ ਲਗਭਗ 70% ਜਿਹੜੀ ਕਿਸਾਨੀ ਦਾ ਹਿੱਸਾ ਜਿਹੜਾ ਹੈਗਾ ਸ਼ਾਮਲ ਹੈ, ਤਾਂ ਉਹ 70% ਕਿਸਾਨੀ ਜਿਹੜੀ ਹੈਗੀ ਬਹੁਤ ਛੇਤੀ ਬਹੁਤ ਵੱਡੇ ਸੰਕਟ ਦੇ ਵਿੱਚ ਘਿਰ ਜਾਏਗੀ। ਔਰ ਇਹ ਸੰਕਟ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਉਂਕਿ ਇਹਦੇ ਵਿੱਚ ਇਹ ਹੋਏਗਾ ਕਿ ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਭਾਅ ਜਿਹੜੇ ਸੀਗੇ, ਜਿਹੜੇ ਕਿਸੇ ਵੇਲੇ ਸਰਕਾਰ ਨਿਰਧਾਰਿਤ ਕਰਦੀ ਸੀ ਔਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਉਹ ਫਸਲਾਂ ਚੱਕਣ ਦੀ, ਚਾਹੇ ਝੋਨਾ ਹੋਵੇ ਜਾਂ ਕਣਕ ਹੋਵੇ ਜਾਂ ਹੋਰ ਜਿਹੜੀਆਂ ਫਸਲਾਂ ਹੋਣ, ਇਹ ਉਹਨਾਂ ਦੇ ਹੱਥ ਖਿੱਚ ਰਹੀ ਹੈ। ਔਰ ਇਹ ਸਾਰੀਆਂ ਚੀਜ਼ਾਂ ਮੰਡੀ ਦੇ ਸਹਾਰੇ ਹੋਣਗੀਆਂ। ਮੰਡੀ ਦੇ ਵਿੱਚ ਜਿਹੜੀ ਪ੍ਰਾਈਵੇਟ ਮੰਡੀ ਹੋਏਗੀ ਜਾਂ ਪ੍ਰਾਈਵੇਟ ਜਿਹੜੇ ਪਲੇਅਰਸ ਹੋਣਗੇ, ਉਹ ਜੀ ਚਾਹੇਗਾ ਉਹਨਾਂ ਦਾ ਉਹ ਫਸਲਾਂ ਚੱਕਣਗੇ, ਜੇ ਉਹਨਾਂ ਨੂੰ ਲੋੜ ਨਹੀਂ ਹੋਏਗੀ ਤਾਂ ਫਸਲਾਂ ਨਹੀਂ ਚੱਕਣਗੇ। ਤੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖਿਆ ਹੋਵੇਗਾ, ਟਮਾਟਰ ਰੁਲ ਗਏ, ਉਹਨਾਂ ਦੀਆਂ ਸਬਜ਼ੀਆਂ ਕਿਸਾਨਾਂ ਦੀਆਂ ਰੁਲ ਗਈਆਂ, ਗੰਨੇ ਦੇ ਜਿਹੜਾ ਹੈਗਾ ਰੇਟ ਅੱਜ ਤੱਕ ਨਹੀਂ ਮਿਲਿਆ ਕਿਸਾਨਾਂ ਨੂੰ। ਉਸੇ ਤਰ੍ਹਾਂ ਦਾ ਲਗਭਗ ਝੋਨੇ ਔਰ ਜਿਹੜਾ ਕਣਕ ਦੀਆਂ ਫਸਲਾਂ ਦਾ ਹਾਲ ਹੋਣ ਵਾਲਾ ਹੈ ਪੰਜਾਬ ਦਾ। ਇਸ ਵੇਲੇ ਮੈਨੂੰ ਲੱਗਦਾ ਕਿ ਬਹੁਤ ਇੱਕ ਜ਼ਿੰਮੇਵਾਰੀ ਬਣਦੀ ਹੈ, ਜਿਵੇਂ ਅੱਜ ਭਗਵੰਤ ਮਾਨ ਦਾ ਬਿਆਨ ਹੈ, ਜਿਹੜੇ MP ਨੇ ਸੰਗਰੂਰ ਤੋਂ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜਿੰਨੇ ਵੀ MP ਨੇ 13 ਦੇ 13, ਉਹਨਾਂ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਉਸ ਆਰਡੀਨੈਂਸ ਦੇ ਖਿਲਾਫ ਉਹ ਵੋਟ ਪਾਉਣ। ਪਰ ਜਿਵੇਂ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਕਾਲੀ ਦਲ ਹੈ ਉਹ ਲਗਾਤਾਰ BJP ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਇਸ ਦਬਾਅ ਦੇ ਵਿੱਚ ਨਹੀਂ ਰਵਾਂਗੇ ਤਾਂ ਉਹਨਾਂ ਦੀ ਜਿਹੜੀ ਕੁਰਸੀ ਹੈ, ਜਿਹੜੀ ਉਹਨਾਂ ਦੇ MP ਨੂੰ ਉਹਨਾਂ ਨੇ ਇੱਕ ਵਜ਼ੀਰੀ ਦਿੱਤੀ ਹੋਈ ਹੈ, ਉਹ ਵਜ਼ੀਰੀ ਉਹਨਾਂ ਨੂੰ ਖੁੱਸਦੀ ਨਜ਼ਰ ਆ ਰਹੀ ਹੈ। ਸੋ ਉਸ ਦਬਾਅ ਦੇ ਵਿੱਚ ਅਕਾਲੀ ਦਲ ਜਿਹੜਾ ਕਿ ਲਗਾਤਾਰ ਕੋਸ਼ਿਸ਼ਾਂ ਕਰਦਾ ਰਿਹਾ ਕਿ ਅਸੀਂ ਕਿਸਾਨੀ ਦੇ ਪੱਖ 'ਚ ਖੜਾਂਗੇ, ਅਸੀਂ ਕਿਸਾਨੀ ਲਈ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ ਨੇ, ਉਹ ਵੀ ਮੈਨੂੰ ਲੱਗਦਾ ਹੈ ਕਿ ਡਾਵਾਂਡੋਲ ਸਥਿਤੀ ਉਹਦੀ ਨਜ਼ਰ ਇੱਥੇ ਆ ਰਹੀ ਹੈ ਅਕਾਲੀ ਦਲ ਦੀ। ਜੀ, ਜੇ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ
ਬਿੱਲ ਕਹਿੰਦੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਰੌਲਾ ਰੱਪਾ ਪਿਆ ਹੋਇਆ ਕਿ ਪੰਜਾਬੀ ਨੂੰ ਉਹਦਾ ਸਥਾਨ ਨਹੀਂ ਦਿੱਤਾ ਜਾ ਰਿਹਾ, ਬਾਕੀ ਭਾਸ਼ਾਵਾਂ ਜਿਹੜੀਆਂ ਉਹ ਸ਼ਾਮਲ ਕੀਤੀਆਂ ਗਈਆਂ, ਇਹਨੂੰ ਕਿੱਦਾਂ ਦੇਖਦੇ ਹੋ? ਲੌਂਗੋਵਾਲ ਸਾਹਿਬ ਨੂੰ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ। ਸੁਖਵਿੰਦਰ ਜੀ, ਦੇਖੋ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਇਹ ਜਿਹੜਾ ਵਰ੍ਹਾ ਹੈ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦਾ ਵਰ੍ਹਾ ਹੈ। ਅਸੀਂ ਸਾਰੇ ਜਾਣਦੇ ਹਾਂ, ਸਾਰੀ ਦੁਨੀਆ ਇਹਨੂੰ ਮਨਾ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕੀ ਸੀਗੀ? ਉਹਨਾਂ ਦੀ ਕੁਰਬਾਨੀ ਇਹ ਸੀਗੇ ਕਸ਼ਮੀਰੀ ਪੰਡਤਾਂ ਜਦੋਂ ਉਹਨਾਂ ਦੇ ਆਏ ਫਰਿਆਦ ਲੈ ਕੇ ਕਿ ਔਰੰਗਜ਼ੇਬ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਵੱਡੀ ਜਿਹੜਾ ਹੈਗਾ ਉਹਨਾਂ ਦਾ ਧਰਮ ਦੇ ਪਿੱਛੇ ਪਿਆ ਹੋਇਆ ਔਰ ਉਹਨਾਂ ਦਾ ਧਰਮ ਜਿਹੜਾ ਹੈ ਬਦਲਣਾ ਚਾਹੁੰਦਾ ਹੈ, ਉੱਥੋਂ ਉਹਨਾਂ ਨੂੰ ਕੱਢਣਾ ਚਾਹੁੰਦਾ ਕਸ਼ਮੀਰ ਤੋਂ, ਤਾਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਲਈ ਆਪਣੀ ਜਿਹੜੀ ਹੈਗੀ ਹੈ ਸਿਰ ਧੜ ਦੀ ਬਾਜ਼ੀ ਲਗਾਤੀ। ਇਸ ਲਈ ਅੱਜ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਸ ਆਪਣੀ ਜਾਨ ਤਲੀ ਤੇ ਧਰ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਉਸ ਹਿੰਦ ਨੂੰ ਬਚਾਇਆ ਸੀ, ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਇਆ ਸੀਗਾ। ਔਰ ਇਸੇ ਸਾਲ ਦੇ ਵਿੱਚ ਜਿਹੜਾ ਹੈਗਾ ਪੰਜਾਬੀ ਜਿਹੜੀ ਬਾਣੀ ਉਹਨਾਂ ਨੇ ਲਿਖੀ ਉਸ ਪੰਜਾਬੀ ਭਾਸ਼ਾ ਦੇ ਵਿੱਚ, ਉਸੇ ਪੰਜਾਬੀ ਭਾਸ਼ਾ ਨੂੰ ਕੇਂਦਰ ਦੀ ਸਰਕਾਰ ਨੇ ਜਿਹੜੀ ਕਿ ਆਪਣੇ ਆਪ ਨੂੰ ਪੰਡਤਾਂ ਦੀ ਸਰਕਾਰ ਜਾਂ ਜਿਹਦੇ ਵਿੱਚ ਉਹ ਹਿੰਦੂਵਾਦੀ ਜਿਹੜੀ ਸਰਕਾਰ ਹੈ ਉਹ ਕਹਾਉਂਦੀ ਹੈ ਕਿ ਅਸੀਂ ਹਿੰਦੂਆਂ ਦੇ ਰਖਵਾਲੇ ਹਾਂ, ਔਰ ਉਹੀ ਸਰਕਾਰ ਨੇ ਕਸ਼ਮੀਰ ਦੇ ਵਿੱਚੋਂ ਜਿਹੜੀ ਪੰਜਾਬੀ ਜਿਹੜੀ ਹੈਗੀ ਹੈ ਉਹਨੂੰ ਐਸਾ ਪਿੱਠ ਦੇ ਵਿੱਚ ਛੁਰਾ ਮਾਰਿਆ ਪੰਜਾਬੀਆਂ ਦੇ ਕਿ ਜਿੱਥੇ ਕਿ ਲਗਭਗ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਵਸਦੀ ਹੈ, ਪੰਜਾਬ ਦੇ ਪੰਜਾਬੀ ਸਿੱਖਾਂ ਦੀ ਵਸਦੀ ਹੈ। ਔਰ ਉੱਥੇ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉੱਥੋਂ ਤੱਕ ਫੈਲਿਆ ਹੋਇਆ ਸੀਗਾ ਔਰ ਪੰਜਾਬੀ ਬਹੁਤ ਵੱਡੇ ਪੱਧਰ ਦੇ ਉੱਤੇ ਵਸੇ ਹੋਏ ਸੀਗੇ। ਸੋ ਇਸ ਵੇਲੇ ਇਹ ਮੈਨੂੰ ਜਿਹੜਾ ਨਜ਼ਰ ਆ ਰਿਹਾ ਹੈ ਕਿ ਭਾਜਪਾ ਸਰਕਾਰ ਨੇ, ਮੋਦੀ ਸਰਕਾਰ ਨੇ ਜਿਹੜੀ ਨਵੀਂ ਨੀਤੀ ਇਹ ਲਾਗੂ ਕੀਤੀ ਆ ਭਾਸ਼ਾਵਾਂ ਦੀ, ਉਹਦੇ ਵਿੱਚੋਂ ਪੰਜਾਬੀ ਨੂੰ ਕੱਢਣਾ, ਪੰਜਾਬੀ ਨੂੰ ਦਰਕਿਨਾਰ ਕਰਨਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਪੰਜਾਬੀਆਂ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ। ਔਰ ਉੱਥੋਂ ਦੇ ਲੋਕ, ਮੈਨੂੰ ਲੱਗਦਾ ਹੈ ਕਿ ਕਸ਼ਮੀਰੀ ਜਿਹੜੇ ਸਿੱਖ ਨੇ ਉਹਨਾਂ ਨੇ ਲਗਾਤਾਰ ਵਿਰੋਧ ਜਤਾਇਆ ਹੈ। ਔਰ ਬੇਸ਼ੱਕ ਅਕਾਲੀ ਦਲ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਕਿਸੇ ਗਲਤੀ ਕਾਰਨ ਹੋਇਆ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਗਲਤੀ ਕਾਰਨ ਹੋਇਆ ਹੈ। ਇਹ ਜਿਹੜਾ ਹੈਗਾ ਜਾਣਬੁੱਝ ਕੇ ਇੱਕ ਸਾਜ਼ਿਸ਼ ਰਚੀ ਗਈ ਹੈ ਔਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਜੋ ਆਪਾਂ ਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਕਿਵੇਂ ਉਹ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੈਂਟਰ ਗਵਰਨਮੈਂਟ ਦੇ ਦੁਆਰਾ, ਉਸੇ ਨੀਤੀ ਦੇ ਤਹਿਤ ਜਿਹੜੀ ਹੈਗੀ ਹੈ ਪੰਜਾਬੀ ਨੂੰ ਬੀਜੇਪੀ ਸਰਕਾਰ ਨੇ ਮਤਲਬ ਦਰਕਿਨਾਰ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਔਰ ਪੰਜਾਬੀ ਔਰ ਪੰਜਾਬੀਅਤ ਨੂੰ ਮਤਲਬ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਮਿਲ ਕੇ ਆਵਾਜ਼ ਉਠਾਉਣ ਦੀ ਲੋੜ ਹੈ। ਔਰ ਇਹ ਜੇ ਕਾਨੂੰਨ ਬਣਦਾ ਹੈ ਆਉਣ ਵਾਲੇ ਸਮੇਂ ਜਿਹੜੀ ਪੂਰੀ ਉਮੀਦ ਹੈ ਕਿ ਕਾਨੂੰਨ ਬਣੇਗਾ ਤਾਂ ਸਾਡੀ ਪੰਜਾਬੀ ਜਿਹੜੀ ਹੈਗੀ ਹੈ ਵੱਖ-ਵੱਖ ਸਟੇਟਾਂ ਦੇ ਵਿੱਚ, ਇਸ ਤੋਂ ਪਹਿਲਾਂ ਮੈਂ ਤਾਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਰਾਜਸਥਾਨ ਦੇ ਵਿੱਚ ਵੀ ਪੰਜਾਬੀ ਔਰ ਉਰਦੂ ਨੂੰ ਦਰਕਿਨਾਰ ਕੀਤਾ ਗਿਆ ਸੀਗਾ ਔਰ ਹੁਣ ਜਿਹੜਾ ਹੈਗਾ ਇਸ ਵੇਲੇ ਵਾਰੀ ਆ ਗਈ ਕਸ਼ਮੀਰ ਦੇ ਵਿੱਚ। ਹੌਲੀ-ਹੌਲੀ ਇਹ ਹੋ ਸਕਦਾ ਹੈ ਕਿ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਪੰਜਾਬੀ ਵਸਦੇ ਨੇ ਉੱਥੋਂ ਵੀ ਪੰਜਾਬੀ ਨੂੰ ਖਤਮ ਕੀਤਾ ਜਾਵੇ ਔਰ ਇਸੇ ਤਰ੍ਹਾਂ ਦੀਆਂ ਸੰਭਾਵਨਾਵਾਂ ਹੌਲੀ-ਹੌਲੀ ਇਹ ਹੈ। ਪੰਜਾਬੀ ਜਿਹੜੀ ਭਾਸ਼ਾ ਹੈ ਜਿਹਦੇ ਵਿੱਚ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਪੰਜਾਬ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਪੰਜਾਬੀ 10ਵੀਂ ਭਾਸ਼ਾ ਦੇ ਤੌਰ ਤੇ ਜਾਣੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ। ਬਹੁਤ ਮੈਨੂੰ ਲੱਗਦਾ ਹੈ ਕਿ 14 ਕਰੋੜ ਲੋਕ ਜਿਹੜੇ ਨੇ ਉਹ ਇਸ ਵੇਲੇ ਪੰਜਾਬੀ ਬੋਲਦੇ ਨੇ ਔਰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਇਦਾਂ ਦਾ ਕਾਨੂੰਨ ਬਣਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਉੱਠਣਾ ਚਾਹੀਦਾ ਹੈ ਇਹਦੇ ਖਿਲਾਫ ਔਰ ਇੱਕ ਵਿਰੋਧ ਜਿਹੜਾ ਹੈਗਾ ਜਤਾਉਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬੀ ਖਤਮ ਹੋ ਜਾਏਗੀ। ਬਿਲਕੁਲ ਉਹੀ ਗੱਲ ਕਿ ਜਿਵੇਂ ਅਕਾਲੀ ਦਲ ਤੇ ਸਵਾਲ ਉੱਠਦੇ ਨੇ ਕਿ ਹਰ ਮਸਲੇ ਦੇ ਉੱਤੇ ਭਾਵੇਂ ਉਹ ਖੇਤੀ ਆਰਡੀਨੈਂਸ ਦਾ ਬਿੱਲ ਹੋਵੇ ਉਹਦੇ ਤੇ ਵੀ ਇਹਨਾਂ ਨੇ ਕਹਿ ਦਿੱਤਾ ਕਿ ਚਿੱਠੀ ਲਿਖ ਕੇ ਸਾਰ ਦਿੱਤਾ। ਜਿਵੇਂ ਕਿ ਕੈਪਟਨ ਸਾਹਿਬ ਕਹਿੰਦੇ ਨੇ ਕਿ ਤੁਸੀਂ ਜਿਹੜਾ ਉਹ ਕੇਂਦਰ ਵਿੱਚੋਂ ਬਾਹਰ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਖੜੋ, ਭਾਵੇਂ ਉਹ ਖੇਤੀ ਆਰਡੀਨੈਂਸ ਦਾ ਮੁੱਦਾ, ਭਾਵੇਂ ਉਹ ਪੰਜਾਬੀ ਭਾਸ਼ਾ ਦਾ ਮੁੱਦਾ। ਚਾਹੀਦਾ ਵੀ ਇੱਦਾਂ ਆ ਕਿ ਆ ਕੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ, ਬਸ਼ਰਤੇ ਇਹਦੇ ਕਿ ਬਿਆਨ ਜਾਰੀ ਕਰੋ, ਚਿੱਠੀਆਂ ਲਿਖੋ, ਚਿੱਠੀਆਂ ਤੇ ਭਰੋਸੇ ਲਓ। ਜੇ ਆਪਾਂ ਕੇਂਦਰੀ ਸਿਆਸਤ ਦੀ ਗੱਲ ਕਰੀਏ, ਤੁਸੀਂ ਦੇਖਿਆ ਕਿ ਕੰਗਣਾ ਰਣਾਵਤ ਨੂੰ ਲੈ ਕੇ ਕਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਚੱਲ ਰਿਹਾ, ਸ਼ਿਵ ਸੈਨਾ ਭਾਰੂ ਹੈ, ਦੂਜੇ ਪਾਸੇ ਉਹ ਕਾਰਵਾਈਆਂ ਜੋ ਕੁਝ ਕੰਗਣਾ ਰਣਾਵਤ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਇਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਭਾਜਪਾ ਦਾ ਕੋਈ ਏਜੰਡਾ ਲੁਕਵਾਂ ਜਿਹੜਾ ਉਹ ਸਾਹਮਣੇ ਆ ਰਿਹਾ, ਸਾਰਾ ਕੁਝ ਸਾਫ਼ ਹੋ ਰਿਹਾ? ਦੇਖੋ, ਜਿਹੜਾ ਮਹਾਰਾਸ਼ਟਰ ਹੈ ਇਹਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਉਹ ਹੈ ਕਿ ਸ਼ਿਵ ਸੈਨਾ ਦੇ ਕੰਟਰੋਲ 'ਚ ਹੈ। ਹਾਲਾਂਕਿ ਉਹਨਾਂ ਨੇ
ਕਾਂਗਰਸ ਨਾਲ ਮਿਲ ਕੇ ਜਾਂ ਉੱਥੋਂ ਦੇ ਜਿਹੜੀ ਵੱਖ ਦੂਸਰੀਆਂ ਪਾਰਟੀਆਂ ਨਾਲ ਮਿਲ ਕੇ ਐਨਸੀਪੀ ਨਾਲ ਮਿਲ ਕੇ ਉਹ ਇੱਕ ਸਰਕਾਰ ਬਣਾਈ ਹੋਈ ਹੈ। ਇਹਦੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਟੀਸ ਜਿਹੜੀ ਸੀਗੀ ਬੀਜੇਪੀ ਦੇ ਮਨ 'ਚ ਰਹਿੰਦੀ ਲਗਾਤਾਰ ਚੱਲ ਰਹੀ ਸੀਗੀ ਔਰ ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਮਹਾਰਾਸ਼ਟਰ ਨੂੰ ਕਿਵੇਂ ਨਾ ਕਿਵੇਂ ਉੱਥੇ ਇਦਾਂ ਦਾ ਮਾਹੌਲ ਬਣਾਇਆ ਜਾਏ ਤਾਂ ਕਿ ਜਿਹੜਾ ਹੈਗਾ ਲੋਕ ਬੀਜੇਪੀ ਦੇ ਵੱਲ ਮਤਲਬ ਖਿਸਕਣਾ ਸ਼ੁਰੂ ਕਰਨ। ਇਹ ਜਿਹੜੀ ਸਿਆਸਤ ਹੋ ਰਹੀ ਸੀਗੀ ਪਹਿਲਾਂ ਤੁਸੀਂ ਕਰੋਨਾ ਦੇ ਦੌਰ 'ਚ ਦੇਖਿਆ ਹੋਏਗਾ ਕਿ ਲਗਾਤਾਰ ਉੱਥੋਂ ਦੇ ਜਿਹੜੇ ਮਰੀਜ਼ਾਂ ਦੀ ਗਿਣਤੀ ਵਧਾ ਚੜਾ ਕੇ ਦੱਸੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਜਦੋਂ ਤੋਂ ਜਿਹੜੀ ਇਹ ਅਦਾਕਾਰਾ ਹੈ ਇਹਨੇ ਆਪਾਂ ਇਹਦਾ ਜਦੋਂ ਇਹਦਾ ਪਿਛੋਕੜ ਦੇਖਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਹਦਾ ਪਿਛੋਕੜ ਲਗਾਤਾਰ ਜਿਹੜਾ ਹੈਗਾ ਬੀਜੇਪੀ ਵੱਲ ਝੁਕਾਅ ਵਾਲਾ ਰਿਹਾ ਪਿਛਲੇ 8-10 ਸਾਲਾਂ ਤੋਂ। ਇਹਦੀ ਜਿਹੜੀ ਕੋਸ਼ਿਸ਼ ਸੀਗੀ ਕਿ ਮੈਂ ਕਿਵੇਂ ਨਾ ਕਿਵੇਂ ਬੀਜੇਪੀ ਵੱਲ ਖਿਸਕਾਂ ਔਰ ਉਹੀ ਹੋਇਆ ਕਿ ਇਹਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਪੋਲਿਟਿਕਸ ਵਾਲੇ ਪਾਸੇ ਨੂੰ ਜਾ ਰਹੀਆਂ ਸੀਗੀਆਂ ਔਰ ਅਖੀਰ ਉਹਨੂੰ ਜਦੋਂ ਹੁਣ ਮੌਕਾ ਮਿਲਿਆ ਹੈ ਔਰ ਬੀਜੇਪੀ ਨੇ ਉਹਨੂੰ ਆਫਰ ਵੀ ਕੀਤਾ ਹੈ ਕਿ ਅਸੀਂ ਹੋ ਸਕਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੀ ਲੜਾਈਏ ਔਰ ਬੀਜੇਪੀ 'ਚ ਉਹਨੂੰ ਸ਼ਾਮਲ ਕੀਤਾ ਜਾਵੇਗਾ। ਸੋ ਉੱਥੋਂ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਇੱਕ ਸਾਜ਼ਿਸ਼ ਹੋ ਰਹੀ ਸੀਗੀ ਬੀਜੇਪੀ ਦੇ ਦੁਆਰਾ ਔਰ ਜਿਹੜੀ ਹੈ ਸ਼ਿਵ ਸੈਨਾ ਦੀ ਜਿਹੜੀ ਆਪਸੀ ਖਿੱਚੋਤਾਣ ਹੈ ਕਿਉਂਕਿ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਤਾਂ ਨਹੀਂ ਸੀਗਾ ਪਾਰਟੀਆਂ ਦੇ ਵਿੱਚ ਪਰ ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀਗੀ ਉਹ ਕਿਤੇ ਨਾ ਕਿਤੇ ਜਾ ਕੇ ਜਦੋਂ ਦੁਫਾੜ ਹੋਈ ਜਦੋਂ ਇਹ ਬੀਜੇਪੀ ਦੀ ਸੱਤਾ ਦੇ ਜਦੋਂ ਮਸਲਾ ਆਇਆ ਤਾਂ ਇਹਦੇ 'ਚ ਜਿਹੜਾ ਸੀਗਾ ਬੀਜੇਪੀ ਨੂੰ ਲੱਗਿਆ ਕਿ ਸਾਡੀ ਪਿੱਠ ਦੇ ਵਿੱਚ ਛੁਰਾ ਇਹਨਾਂ ਨੇ ਮਾਰਿਆ ਹੈ। ਸੋ ਉਹਦਾ ਬਦਲਾ ਲੈਣ ਦੇ ਲਈ ਇਹਨਾਂ ਨੇ ਕੋਈ ਨਾ ਕੋਈ ਇੱਦਾਂ ਦਾ ਮਾਹੌਲ ਬਣਾਉਣਾ ਸੀਗਾ। ਸੋ ਉਹ ਮਾਹੌਲ ਉਹਨਾਂ ਨੂੰ ਮਿਲਦਾ ਦਿਖਾਈ ਦੇ ਰਿਹਾ ਔਰ ਬੀਜੇਪੀ ਨੂੰ ਲੱਗਦਾ ਹੈ ਕਿ ਕੰਗਣਾ ਰਣੌਤ ਦੇ ਰਾਹੀਂ ਅਸੀਂ ਜਿਹੜੀ ਹੈਗੀ ਸਾਡੀ ਐਂਟਰੀ ਜਿਹੜੀ ਹੈਗੀ ਮਹਾਰਾਸ਼ਟਰ ਦੇ ਵਿੱਚ ਦੁਬਾਰਾ ਜਿਹੜਾ ਹੈਗਾ ਉਹ ਹੋਏਗੀ ਔਰ ਇਹਦੇ ਨਾਲ ਇੱਕ ਨਵੀਂ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ। ਜੀ ਪੰਜਾਬ ਦੇ ਵੱਲ ਆਈਏ ਤਾਂ ਇੱਥੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਮਸਲਾ ਵੀ ਚਰਚਾ ਵਿੱਚ, ਉਹ ਵੀ ਅਸੀਂ ਖਬਰਾਂ ਟੋਪ ਦੀਆਂ ਵਿੱਚ ਉਹਦਾ ਵੀ ਜ਼ਿਕਰ ਕਰਦੇ ਹਾਂ। ਕਿੱਦਾਂ ਲੱਗਦਾ ਸੁਮੇਧ ਸਿੰਘ ਸੈਣੀ? ਕੁਝ ਚਰਚਾ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਸੈਣੀ ਜਿਹੜਾ ਜਾਂ ਤਾਂ ਵਿਦੇਸ਼ ਫਰਾਰ ਹੋ ਗਿਆ ਜਾਂ ਫਰਾਰ ਹੋਣ ਦੀ ਤਾਕ ਵਿੱਚ ਹੈ। ਜਿਵੇਂ ਕਿੰਨੇ ਦਿਨ ਹੋ ਗਏ ਸੈਣੀ ਲੱਭ ਨਹੀਂ ਰਿਹਾ, ਪੁਲਿਸ ਲਗਾਤਾਰ ਉਹਦੇ ਪਿੱਛੇ ਹੈ, ਉਹਦੇ ਸੁਰੱਖਿਆ ਏਜੰਸੀਆਂ ਜਿਹੜੀਆਂ ਉਹਦੇ ਨਾਲ ਲੱਗੀਆਂ ਸੀ, ਸੁਰੱਖਿਆ ਫੋਰਸ ਲੱਗੀ ਸੀ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤੁਹਾਡਾ ਕੀ ਮੰਨਣਾ ਹੈ ਕਿ ਇਸ ਮਾਮਲੇ ਤੇ ਫੇਲ ਕੌਣ ਸਾਬਤ ਹੋ ਰਿਹਾ ਹੈ? ਸੁਖਵਿੰਦਰ ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਬੰਦੇ ਨੂੰ Z+ ਜਿਹੜੀ ਹੈਗੀ ਆ ਸਿਕਿਉਰਿਟੀ ਮਿਲੀ ਹੋਵੇ ਔਰ ਬੰਦਾ ਬਿਲਕੁਲ ਇਹ ਤਾਂ ਹੈ ਨਹੀਂ ਕਿ ਉਹ ਇਕੱਲਾ ਇੱਧਰ ਉੱਧਰ ਫਿਰ ਰਹੇ ਨੇ, ਜਦੋਂ ਤੁਹਾਡੇ ਕੋਲੇ ਸਾਰੀਆਂ ਏਜੰਸੀਆਂ ਨੇ, ਸਾਰਾ CID ਹੈ, ਹੋਰ ਬਹੁਤ ਸਾਰੀਆਂ ਏਜੰਸੀਆਂ ਦੇ ਰਾਹੀਂ ਤੁਸੀਂ ਬੰਦਾ ਜਿਹੜਾ ਹੈਗਾ ਫੜਿਆ ਜਾ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਵੱਡੀ ਗੱਲ ਸੀ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਹੀਂ ਸੀ ਹੋ ਸਕਣਾ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ। ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਘਾਟ ਮੈਨੂੰ ਸਾਡੀਆਂ ਜਿਹੜੀਆਂ ਸਰਕਾਰੀ ਏਜੰਸੀਆਂ ਦੀ ਲੱਗ ਰਹੀ ਹੈ, ਕਿਤੇ ਨਾ ਕਿਤੇ ਮੈਨੂੰ ਮਿਲੀ ਭੁਗਤ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਛੱਡਿਆ ਜਾ ਰਿਹਾ ਕਿ ਤੁਸੀਂ ਵਿਦੇਸ਼, ਜਿਵੇਂ ਤੁਸੀਂ ਇਸ਼ਾਰਾ ਕੀਤਾ ਵਿਦੇਸ਼ ਚਲੇ ਜਾਓ ਜਾਂ ਕਈ ਵਾਰੀ ਇਹ ਵੀ ਕਿਹਾ ਗਿਆ ਕਿ ਦਿੱਲੀ 'ਚ ਬੈਠੇ ਨੇ ਉਹ, ਜਾਂ ਵੱਖਰੇ ਕੋਈ ਇੱਦਾਂ ਦਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਕਿ ਸਰਕਾਰ ਦੀ ਨਿਗਾਹ ਤੋਂ ਬਚ ਸਕੇ। ਸੋ ਇਹ ਗੱਲਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਆਮ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਭੱਜੇ ਹੋਏ ਨੇ, ਉਹ ਲੱਭੇ ਨਹੀਂ ਜਾ ਰਹੇ। ਇੱਦਾਂ ਦੀ ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਉਹਨਾਂ ਨੂੰ ਲੱਭਿਆ ਜਾ ਸਕਦਾ। ਜੇ ਸੱਚੀ ਮੁੱਚੀ ਜਿਹੜੀ ਹੈਗੀ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹ ਗ੍ਰਿਫਤਾਰ ਕੀਤੇ ਜਾ ਸਕਦੇ ਨੇ, ਪਰ ਸਰਕਾਰ ਦੀ ਮਿਲੀ ਭੁਗਤ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਇਹਦੇ ਵਿੱਚ। ਜਾਣਬੁੱਝ ਕੇ ਇਸ ਨੂੰ ਮਤਲਬ ਲਟਕਾਇਆ ਜਾ ਰਿਹਾ ਕੇਸ ਨੂੰ ਤਾਂ ਕਿ ਉਹਨਾਂ ਨੂੰ ਮੌਕਾ ਮਿਲ ਸਕੇ ਕਿਤੇ ਹੋਰ ਕਾਰਵਾਈ ਕਰਨ ਦਾ। ਸੋ ਇਹ ਗੱਲਾਂ ਜਿਹੜੀ ਹੈਗੀਆਂ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀਆਂ। ਤਾਂ ਕਿਤੇ ਨਾ ਕਿਤੇ ਜਿਹੜੇ ਹੈਗਾ ਦੋਨਾਂ ਦੇ ਜਿਹੜੇ ਲਿੰਕ ਨੇ ਆਪਸ 'ਚ ਮਿਲੇ ਹੋਏ ਨਜ਼ਰ ਆ ਰਹੇ ਨੇ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਖਬਰਾਂ ਟੌਪ ਦੀਆਂ ਦੇ ਵਿੱਚ ਮੌਜੂਦ ਸਨ ਉੱਘੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਹਰ ਖਬਰ ਦੇ ਉੱਤੇ ਆਪਣੇ ਰਾਏ ਰੱਖੀ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਉਹ ਸਿਆਸਤ ਖੇਡ ਰਹੀਆਂ ਨੇ, ਭਾਵੇਂ ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਮਸਲਾ ਹੋਵੇ, ਭਾਵੇਂ ਖੇਤੀ ਆਰਡੀਨੈਂਸ ਦਾ ਮਸਲਾ ਹੋਵੇ, ਭਾਵੇਂ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਬੀਜੇਪੀ ਦੀ ਸ਼ਿਵ ਸੈਨਾ ਦੇ ਨਾਲ ਜਿਸ ਤਰੀਕੇ ਦੇ ਨਾਲ ਖਿੱਚੋਤਾਣ ਚੱਲ ਰਹੀ ਹੈ, ਸਭ ਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਝਲਕਦੀ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਰੱਖ ਸਕਦੇ ਹੋ। ਸਾਡੇ ਚੈਨਲ ਲੋਕਰੰਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।